श्री वाहेगुरु साहिब जी। फिरत फिरत प्रभ आया, परया तो शरणाए। नानक की प्रभ बेनती, अपनी भगति लाए। दर्शन देख जीवा गुर तेरा, पूरन कर्म हुए प्रभ मेरा। एह बेनती सुन प्रभ मेरे, देह नाम कर अपने चेरे। हों आया दूरों चल के, मैं तकी तो शरणाए जियो। मैं आशा रखी चित में, मेरा सब दुख गवाए जियो। हम अवगुण भरे एक गुण नाही, अमृत छाड़ बिखै बिख खाही। माया मोह परम पै भूले, सुत दारा स्यों प्रीत लगाई। इक उत्तम पंथ सुनियो गुर संगत, तेह मिलंत जम त्रास मिटाई। इक अरदास पाठ कीरत की, गुरु रामदास राखो शरणाई। सतनाम श्री वाहेगुरु साहिब जी। बिलावल महला पंजवा। मन तन प्रभ आराधिए, मिल साध समागै। उचरत गुण गोपाल जस, दूर ते जम भागै। मन तन प्रभ आराधिए, मिल साध समागै। उचरत गुण गोपाल जस, दूर ते जम भागै। राम नाम जो जन जपै, अन दिन सद जागै। तंत मंत नह जो हई, तित चाख न लागै रहाओ। काम क्रोध मद मान मोह, बिन से अनरागै। आनंद मगन रस राम संग रंग, नानक शरणागै। काम क्रोध मद मान मोह, बिन से अनरागै। आनंद मगन रस राम रंग, नानक शरणागै। वाहिगुरु जी का खालसा, वाहिगुरु जी की फतेह। अवसर लज्जा राख ले हो, सदना जन तोरा। अवसर लज्जा राख ले हो, सदना जन तोरा। गुरु प्यारी, गुरु सवारी, गुरु की साजी निवाजी। अज सत्कारयोग साध संगत जीओ, गुरु साहिब जी की अपार बख्शिश रहमत दे नाल ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਸਭ ਜੁੜ ਬੈਠੇ ਹੋ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪਾਵਨ ਤਖਤ ਦੇ ਉੱਤੇ ਸੁਭਾਈਮਾਨ ਹੋ ਕੇ ਅੱਜ ਦੇ ਪਾਵਨ ਹੁਕਮ ਸਾਨੂੰ ਜੀਵਾਂ ਨੂੰ ਸ਼ਰਵਣ ਕਰਵਾਏ ਹਨ। ਗੁਰੂ ਸਾਹਿਬ ਜੀ ਨੇ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਹੁਕਮ ਬਖਸ਼ਦੇ ਹੋਏ ਸਾਨੂੰ ਸੁਚੇਤ ਕੀਤਾ ਹੈ ਕਿ ਜੋ ਮਨੁੱਖ ਪਰਮਾਤਮਾ ਜੀ ਦਾ ਨਾਮ ਜਪਦਾ ਹੈ
ਕਹਿੰਦੇ ਉਹ ਹਰ ਵੇਲੇ ਸੁਚੇਤ ਰਹਿੰਦਾ ਹੈ। ਤੇ ਕਹਿੰਦੇ ਸੁਚੇਤ ਜਦੋਂ ਰਹਿੰਦਾ ਹੈ ਤੇ ਫਿਰ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਤੰਤਰ ਮੰਤਰ ਕਹਿੰਦੇ ਉਹਨੂੰ ਛੂ ਵੀ ਨਹੀਂ ਸਕਦਾ, ਉਸਨੂੰ ਕੋਈ ਕਲ ਕਲੇਸ਼ ਪਰੇਸ਼ਾਨ ਨਹੀਂ ਹੋ ਕਰ ਸਕਦੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਪ ਹੀ ਆਪਣੇ ਹੁਕਮਨਾਮੇ ਦੇ ਵਿਚਾਰ ਵਿੱਚ ਵਿਚਰ ਕੇ ਕਰਵਾ ਲੈਣ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਅਸੀਸ ਬਖਸ਼ਦੇ ਹੋਏ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਮਨ ਅਤੇ ਤਨ ਕਰਕੇ ਪ੍ਰਭੂ ਨੂੰ ਆਰਾਧਨਾ ਹੈ, ਮਿਲ ਸਾਧ ਸਮਾਗੈ। ਮਿਲਣਾ ਹੈ ਸਾਧ ਸੰਗਤ ਦੇ ਵਿੱਚ। ਸਾਧ ਸਮਾਗਮ ਜਿੱਥੇ ਹੁੰਦਾ ਹੈ, ਜਿੱਥੇ ਗੁਰੂ ਦੀ ਸੰਗਤ ਹੁੰਦੀ ਹੈ, ਕਹਿੰਦੇ ਉੱਥੇ ਬੈਠਣਾ ਹੈ ਤੇ ਗੁਰੂ ਨੂੰ ਜਪਣਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਕਹਿੰਦੇ ਜੋ ਵੀ ਸਾਧ ਸੰਗਤ ਦੇ ਵਿੱਚ ਆ ਕੇ ਪਿਆਰੇ ਪਰਮਾਤਮਾ ਜੀ ਨੂੰ ਜਪਦੇ ਹਨ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚ ਕਹਿੰਦੇ ਜੋ ਸਾਧ ਸੰਗਤ ਅਸਥਾਨ ਦੇ ਵਿੱਚ ਕਹਿੰਦੇ ਇੱਕ ਰੋਸ਼ਨੀ ਹੈ, ਇੱਕ ਨੂਰ ਹੈ। ਕਹਿੰਦੇ ਉਹ ਨੂਰ ਉਹਨਾਂ ਦੇ ਜੀਵਨ ਦੇ ਵਿੱਚ ਭਰ ਜਾਂਦਾ ਹੈ। ਗੁਰ ਸਿੱਖ ਜੋਗੀ ਜਾਗਦੇ। ਫਿਰ ਗੁਰੂ ਦੇ ਸਿੱਖ ਕਹਿੰਦੇ ਉਹ ਗੁਰੂ ਦੇ ਆਖੇ ਲੱਗ ਕੇ ਕਹਿੰਦੇ ਉਹ ਜੋਗ ਸਾਧਨਾ ਕਰ ਲੈਂਦੇ ਹਨ, ਜੋਗੀ ਬਣ ਜਾਂਦੇ ਹਨ, ਪਿਆਰੇ ਨਾਮ ਦੇ ਵਿੱਚ ਕਹਿੰਦੇ ਸਮਾ ਜਾਂਦੇ ਹਨ, ਹਰੀ ਦੇ ਜੋਗੇ ਬਣ ਜਾਂਦੇ ਹਨ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕਹਿੰਦੇ ਉਹ ਸਦਾ ਜਾਗਦੇ ਹਨ, ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਚਾਨਣ ਹੋ ਜਾਂਦਾ ਹੈ ਤੇ ਮਾਇਆ ਦੇ ਅੰਦਰ ਉਹ ਉਦਾਸੀ ਕਰਦੇ ਹਨ। ਦੁਨਿਆਵੀ ਜੋਗੀ ਜੋ ਹਨ ਉਹ ਬਾਹਰ ਉਦਾਸੀਆਂ ਕਰਨ ਦੇ ਲਈ ਜਾਂਦੇ ਹਨ ਕਿ ਕਿਤੇ ਜੰਗਲਾਂ ਦੇ ਵਿੱਚ ਗਏ, ਆਪਣੇ ਘਰ-ਬਾਰ ਨੂੰ ਛੱਡ ਦਿੱਤਾ, ਉਪਰਾਮਤਾ ਧਾਰਨ ਕਰ ਲਿੱਤੀ। ਗੁਰੂ ਸਾਹਿਬ ਜੀ ਕਹਿੰਦੇ ਨਹੀਂ। ਗੁਰੂ ਸਾਹਿਬ ਜੀ ਆਖਦੇ ਹਨ ਕਿ ਜੇ ਚਾਰ ਉਦਾਸੀਆਂ ਅਸੀਂ ਕੀਤੀਆਂ, ਕਰਕੇ ਦਿਖਾਈਆਂ ਗੁਰੂ ਨਾਨਕ ਸਾਹਿਬ ਜੀ ਨੇ, ਤੇ ਫਿਰ ਪਰਿਵਾਰ ਨੂੰ ਛੱਡਿਆ ਥੋੜੀ ਹੈ, ਪਰਿਵਾਰ ਦੇ ਵਿੱਚ ਰਹੇ ਹਨ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਵਾਲ ਕੀਤੇ ਗਏ ਕਿ ਸਾਧ ਕੀ, ਪੀਰੀ ਕੀ ਤੇ ਦੌਲਤ ਕੀ, ਇੱਦਾਂ ਦੇ ਜਦੋਂ ਸਵਾਲ ਕੀਤੇ ਕਿ ਔਰਤ ਕੀ, ਪੁੱਤਰ ਕੀ, ਇੱਦਾਂ ਦੇ ਸਵਾਲ ਕੀਤੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ ਸੀ ਕਿ ਔਰਤ ਈਮਾਨ, ਦੌਲਤ ਗੁਜ਼ਰਾਨ ਤੇ ਪੁੱਤਰ ਨਿਸ਼ਾਨ, ਤੇ ਜੋ ਪੀਰ ਹੈ ਕਹਿੰਦੇ ਪੀਰ ਹਿੰਦੂ ਕੀ ਤੇ ਪੀਰ ਕੀ, ਕਹਿੰਦੇ ਗ੍ਰਸਥ ਕੀ ਤੇ ਪੀਰ ਕੀ। ਉਦੋਂ ਇਹ ਸਵਾਲ ਕੀਤਾ ਸੀ ਫਕੀਰ ਸ਼ਾਹ ਦੌਲਾਨੀ, ਤੇ ਗੁਰੂ ਸਾਹਿਬ ਜੀ ਨੇ ਆਖਿਆ ਪੀਰ ਹਿੰਦੂ ਨਾ ਮੁਸਲਮਾਨ। ਕਹਿੰਦੇ ਜ਼ਰੂਰੀ ਥੋੜੀ ਹੈ ਕਿ ਪੀਰ ਮੁਸਲਮਾਨ ਹੀ ਹੋਣ, ਕਹਿੰਦੇ ਨਹੀਂ, ਪੀਰ ਕੋਈ ਵੀ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦੂਆਂ ਨੇ ਆਪਣਾ ਗੁਰੂ ਮੰਨਿਆ ਸੀ ਤੇ ਮੁਸਲਮਾਨਾਂ ਨੇ ਆਪਣਾ ਪੀਰ ਮੰਨਿਆ ਸੀ। ਇਸੇ ਕਰਕੇ ਉਹ ਚਾਦਰ ਦੀ ਅਸੀਂ ਸਾਖੀ ਸੁਣਦੇ ਹਾਂ ਕਿ ਚਾਦਰ ਫਾੜ ਕੇ ਵੰਡੀ ਗਈ, ਜੋ ਇਤਿਹਾਸ ਦੇ ਵਿੱਚ ਅਸੀਂ ਸਾਖੀ ਸ਼ਰਵਣ ਕਰਦੇ ਹਾਂ, ਕਾਫੀ ਲੰਬੀ ਹੋ ਜਾਂਦੀ ਹੈ, ਆਪ ਸਭ ਜਾਣੂ ਹੋ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਉਦਾਸੀ ਮਾਰਗ ਇਹ ਦਿੱਤਾ ਹੈ ਕਿ ਅਸੀਂ ਮਾਇਆ ਅੰਦਰ ਕਰਨ, ਉਦਾਸੀ ਵਾਲੀ ਜੀਵਨ ਜੁਗਤ ਨੂੰ ਸਮਝਣਾ ਹੈ ਕਿ ਮਾਇਆ ਦੇ ਵਿੱਚ ਰਹਿਣਾ ਹੈ, ਮਾਇਆ ਨੂੰ ਗੁਜ਼ਾਰੇ ਦੇ ਵਾਸਤੇ ਵਰਤਣਾ ਹੈ, ਪਰ ਮਾਇਆ ਦੇ ਵਿੱਚ ਫਸ ਕੇ ਨਹੀਂ ਰਹਿ ਜਾਣਾ। ਮਾਇਆ ਨੂੰ ਵਰਤਣਾ ਹੈ, ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਇਸੇ ਨਾਲ ਹੀ ਦੁਨੀਆਦਾਰੀ ਚੱਲਦੀ ਹੈ, ਪਰ ਉਪਰਾਮ ਰਹਿਣਾ ਹੈ, ਮੋਹ ਦੇ ਚਿੱਕੜ ਦੇ ਵਿੱਚ ਫਸਣਾ ਨਹੀਂ, ਅਸੀਂ ਉਪਰਾਮ ਰਹਿਣਾ ਹੈ, ਮਾਇਆ ਅੰਦਰ ਕਰਨ ਉਦਾਸੀ। ਸੋ ਗੁਰਸਿੱਖ ਜੋਗੀ ਸਦਾ ਹੀ ਕਹਿੰਦੇ ਜਾਗਦੇ ਹਨ, ਸੁਚੇਤ ਰਹਿੰਦੇ ਹਨ, ਮਾਇਆ ਦੇ ਹੱਲਿਆਂ ਤੋਂ ਬਚ ਕੇ ਰਹਿੰਦੇ ਹਨ। ਤੇ ਇਹ ਜੋ ਮਾਇਆ ਚੋਰਟੀ ਹੈ, ਮੁਸਮੁਸ ਲਾਵੇ ਹਾਟ, ਇਸ ਤੋਂ ਬਚ ਜਾਂਦੇ ਹਨ। ਇਹ ਚਰਨਾਂ ਦੀ ਦਾਸੀ ਬਣ ਜਾਂਦੀ ਹੈ ਉਹਨਾਂ ਦੇ। ਹਰ ਵੇਲੇ ਆਖਦੀ ਹੈ ਕਿ ਮੈਨੂੰ ਵਰਤ ਕੇ ਸਫਲਾ ਕਰ ਦਿਓ। ਸੋ ਗੁਰੂ ਦੇ ਸਿੱਖ ਬਣਨਾ ਹੈ,
ਮਨ ਤਨ ਕਰਕੇ, ਮਨ ਤਨ ਨਿਰਮਲ ਕਰਤ ਕਿਆਰੋ। ਗੁਰੂ ਸਾਹਿਬ ਜੀ ਨੇ ਸਾਨੂੰ ਮਨ ਤੇ ਤਨ ਨੂੰ ਨਿਰਮਲ ਪਵਿੱਤਰ ਕਿਆਰੇ ਬਣਾਉਣ ਦੀ ਜੀਵਨ ਜਾਚ ਦੱਸੀ ਹੈ ਕਿ ਮਨ ਤੇ ਤਨ ਨੂੰ ਆਪਣੇ ਪਵਿੱਤਰ ਕਿਆਰੇ ਬਣਾ ਲੈਣਾ ਹੈ। ਇਹ ਜੋ ਮਨ ਹੈ ਬਾਹਰ ਦੌੜਦਾ ਹੈ, ਭੱਜਦਾ ਹੈ, ਤੇ ਸਾਡੇ ਤਨ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਸਾਡਾ ਤਨ, ਸਾਡੇ ਹੱਥ, ਸਾਡੀਆਂ ਅੱਖਾਂ, ਸਾਡਾ ਨੱਕ ਤੇ ਸਾਡੇ ਸਾਰੇ ਸਰੀਰ ਦੇ ਅੰਗ, ਕੰਨ ਆਦਿਕ ਇਸ ਦੇ ਅਧੀਨ ਹੋ ਜਾਂਦੇ ਹਨ। ਜਦੋਂ ਕਿਤੇ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ, ਮਨ ਦੇ ਵਿੱਚ ਗੱਲ ਸੁਣੀ, ਮਨ ਨੇ ਗੱਲ ਸੁਣੀ, ਮਨ ਦੇ ਕੰਨਾਂ ਦੇ ਨਾਲ ਸੁਣੀ, ਮਨ ਦੇ ਵਿੱਚ ਇੰਟਰਸਟ ਪੈਦਾ ਹੋਇਆ ਕਿ ਸੇਲ ਲੱਗੀ ਹੈ, ਤੇ ਹੁਣ ਅਸੀਂ ਕੀ ਕੀਤਾ? ਕਦਮਾਂ ਦੇ ਨਾਲ ਚੱਲ ਕੇ ਗਏ ਉਸ ਸੇਲ ਦੇ ਵੱਲ। ਜਦੋਂ ਉਸ ਸੇਲ ਦੇ ਵੱਲ ਚੱਲ ਕੇ ਗਏ ਤੇ ਫਿਰ ਉੱਥੇ ਰਸਤੇ ਦੇ ਵਿੱਚ ਨੱਕ ਨੇ ਕਈ ਸੁਗੰਧੀਆਂ ਮਾਣੀਆਂ ਤੇ ਉੱਥੇ ਦੇਖਿਆ ਕਿ ਕਿਤੇ ਸਮੋਸੇ, ਪਕੌੜਿਆਂ ਆਦਿਕ ਦੀ ਖੁਸ਼ਬੂ ਆ ਰਹੀ ਹੈ, ਤੇ ਸੋਚਿਆ ਕਿ ਕੁਝ ਚੱਖ ਲਿੱਤਾ ਜਾਵੇ। ਮਨ ਨੇ ਸੁਣਿਆ ਸੀ ਕਿ ਸੇਲ ਲੱਗੀ ਹੈ ਤੇ ਤਨ ਪ੍ਰਭਾਵਿਤ ਹੋਇਆ। ਤਨ ਫਿਰ ਅਗਾਂਹ ਜਾ ਕੇ ਹੋਰ ਪ੍ਰਭਾਵਿਤ ਹੋਇਆ। ਸੇਲ ਦਾ ਖਿਆਲ ਸੀ ਕਿ ਸੇਲ ਦੇ ਵਿੱਚੋਂ ਸਮਾਨ ਇਕੱਠਾ ਕਰਾਂਗੇ, ਹੋਰ ਦੇ ਅਸੀਂ ਪਦਾਰਥਾਂ ਦੇ ਚਸਕੇ ਜੋ ਲੈਂਦੇ ਹਾਂ। ਤੇ ਹੁਣ ਇਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਅਗਾਂਹ ਗਏ, ਕਦਮਾਂ ਦੇ ਨਾਲ ਚੱਲ ਕੇ ਗਏ ਜੋ ਸਾਡੇ ਕਰਮ ਇੰਦਰੀ ਹਨ। ਜਦੋਂ ਅਸੀਂ ਚੱਲ ਕੇ ਗਏ ਤੇ ਫਿਰ ਉੱਥੇ ਸਮੋਸੇ ਪਕੌੜੇ ਖਾਣ ਲੱਗੇ। ਫਿਰ ਦੇਖਿਆ ਅੱਖਾਂ ਦੇ ਨਾਲ ਕਿ ਕੱਪੜਿਆਂ ਦੀ ਸੇਲ ਹੈ, ਹੋਰ ਕਿਸੇ ਚੀਜ਼ ਦੀ ਸੇਲ ਹੈ। ਅਸੀਂ ਉੱਧਰ ਚੱਲ ਕੇ ਜਾਂਦੇ ਹਾਂ ਤੇ ਫਿਰ ਸਾਡੇ ਗਿਆਨ ਇੰਦਰੀ ਸਾਨੂੰ ਉੱਧਰ ਪ੍ਰਭਾਵਿਤ ਕਰਦੇ ਹਨ। ਪਰ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਜੋ ਸੁਚੇਤ ਰਹਿੰਦਾ ਹੈ ਮਨ ਦੇ ਨਾਲ ਤੇ ਤਨ ਦੇ ਨਾਲ, ਪ੍ਰਭੂ ਨੂੰ ਜਪ ਲੈਂਦਾ ਹੈ, ਮਨ ਤੇ ਤਨ ਨੂੰ ਪਵਿੱਤਰ ਕਿਆਰੇ ਬਣਾਉਂਦਾ ਹੈ। ਇਹ ਅੰਦਰਲਾ ਆਪਣਾ ਆਪਾ, ਆਪਣਾ ਨਿੱਜ ਘਰ ਉਹਨੂੰ ਡੋਲਣ ਨਹੀਂ ਦਿੰਦਾ, ਬਚਾ ਕੇ ਰੱਖਦਾ ਹੈ ਆਪਣੇ ਨਿੱਜ ਸਥਾਨ ਨੂੰ, ਤੇ ਮਨ ਨੂੰ ਵਿਕਾਰਾਂ ਤੋਂ ਰੋਕਦਾ ਹੈ ਕਿ ਜੇ ਕਿਧਰੇ ਗੱਲ ਸੁਣ ਲਈ ਤੇ ਉਧਰ ਪ੍ਰਭਾਵਿਤ ਨਹੀਂ ਹੋਇਆ। ਕਿਆਰਾ ਬਣ ਗਿਆ, ਇੱਕ ਕਿਆਰੀ ਲੱਗ ਗਈ, ਇੱਕ ਆੜ ਬਣ ਗਈ, ਇੱਕ ਓਟ ਮਿਲ ਗਈ। ਤੂੰ ਮੇਰੋ ਮੇਰ ਪਰਵਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੁਣ ਇੱਕ ਕਿਆਰਾ ਜਦੋਂ ਮਨ ਬਣ ਗਿਆ ਤੇ ਫਿਰ ਤਨ ਵੀ ਸੁਚੇਤ ਹੋ ਗਿਆ। ਦੂਜੇ ਪਾਸੇ ਕਿਆਰਾ ਲੱਗ ਗਿਆ ਤਨ ਦਾ। ਕਹਿੰਦੇ ਹੁਣ ਇਹ ਜੋ ਅੱਖਾਂ ਹਨ, ਜੋ ਨੱਕ ਹੈ, ਜੋ ਕੰਨ ਹਨ, ਹੁਣ ਇਹ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਹਨ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹਨ। ਇਹ ਕਿਆਰੇ ਬਣ ਗਏ ਹਨ, ਪਵਿੱਤਰ ਕਿਆਰੇ, ਪਵਿੱਤਰ, ਜੋ ਸਾਫ਼ ਸੁਚੇਤ ਹਨ, ਜੋ ਖਾਲਸ ਹੋ ਗਏ ਹਨ, ਜੋ ਸ਼ੁੱਧ ਹੋ ਗਏ ਹਨ। ਤੇ ਮਨ ਤਨ ਫਿਰ ਆਖਿਆ ਕਿ ਪ੍ਰਭ ਅਰਾਧੀ ਹੈ। ਹੁਣ ਮਨ ਤੇ ਤਨ ਦੇ ਨਾਲ ਪ੍ਰਭੂ ਨੂੰ ਅਰਾਧਨਾ ਹੈ ਤੇ ਫਿਰ ਇਹ ਕਿਆਰੇ ਬਣ ਜਾਣਗੇ ਤੇ ਫਿਰ ਸਾਧ ਸਮਾਗਮ ਦੀ ਸਮਝ ਆ ਜਾਵੇਗੀ ਕਿ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਹਾਂ ਤੇ ਹਰ ਇੱਕ ਜਗ੍ਹਾ ਤੇ ਸਾਡੇ ਨਾਲ ਗੁਰੂ ਰਹੇਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਇਹ ਅਵਸਥਾ ਬਣ ਜਾਂਦੀ ਹੈ। ਫਿਰ ਲੋਕਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਅੱਜ ਤੁਸੀਂ ਇਹ ਗੱਲ ਸਾਬਿਤ ਕਰਨਾ ਚਾਹੁੰਦੇ ਹੋ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਓ। ਗੁਰੂ ਸਾਡੇ ਨਾਲ ਹਰ ਵੇਲੇ ਹੈ, ਹਰ ਵੇਲੇ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਨਹੀਂ ਕਹਿਣਾ ਪਵੇਗਾ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆਓਗੇ ਤਾਂ ਹੀ ਤੁਸੀਂ ਸੱਚੇ ਸਾਬਿਤ ਹੋ ਸਕਦੇ ਹੋ। ਤੇ ਜੇ ਬਾਹਰ ਬੈਠੇ ਹੋ ਕਿਤੇ ਘਰ ਦੇ ਵਿੱਚ ਜਾਂ ਕਿਤੇ ਹੋਰ, ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਸਕਦੇ ਹੋ। ਮਿਲ ਸਾਧ ਸਮਾਗਮ, ਉੱਥੇ ਸਾਧ ਸਮਾਗਮ ਤੁਹਾਡਾ ਹੋ ਸਕਦਾ ਹੈ ਜੇ ਗੁਰੂ ਦੀ ਮਨ ਦੇ ਵਿੱਚ, ਤਨ ਦੇ ਵਿੱਚ ਸ਼ਰਧਾ ਹੈ, ਭਰੋਸਾ ਹੈ, ਯਕੀਨ ਬਣ ਗਿਆ ਹੈ ਤਾਂ। ਤੇ ਫਿਰ ਕੀ ਆਖਦੇ ਹਨ? ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ, ਪ੍ਰਤਾਪ ਤੁਮਹਾਰਾ ਦੇਖ ਕੇ ਜਮ ਦੂਤ ਛੱਡ ਜਾਹੇ। ਕਹਿੰਦੇ ਜੋ ਗੁਣ ਉਚਾਰਦਾ ਹੈ, ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ। ਕਹਿੰਦੇ ਹੇ ਮਨੁੱਖ ਤੂੰ ਗੁਣ ਗਾਇਆ ਕਰ, ਰੱਬ ਦੇ ਪਿਆਰੇ ਤੂੰ ਗੁਣ ਗਾਇਆ ਕਰ। ਜੇ ਤੂੰ ਗੁਣ ਗਾਵੇਂਗਾ ਤੇ ਤੇਰੀ ਮੈਲ ਉਤਰੇਗੀ, ਅੰਦਰੋਂ ਮੈਲ ਇਹ ਧੋ ਦਿੰਦਾ ਹੈ। ਭਰਿਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜੇ ਤੇਰੀ ਮਤ ਪਾਪਾਂ ਦੇ ਨਾਲ ਮੈਲੀ ਹੋ ਗਈ ਹੈ ਤੇ ਕਹਿੰਦੇ ਉਹ ਧੋਤੀ ਜਾਵੇਗੀ। ਨਾਮ ਦੇ ਸਾਬਣ ਦੇ ਨਾਲ ਧੋਇਆ ਕਰ, ਇਹਨੂੰ ਰਗੜ ਰਗੜ ਕੇ ਧੋਇਆ ਕਰ।
ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਤੈਨੂੰ ਅੰਦਰ ਹੀ ਆਪਣੇ ਤੀਰਥ ਲੱਭ ਜਾਵੇਗਾ। ਤੇ ਫਿਰ ਮਲ ਮਲ ਕੇ ਇਸ ਮਨ ਦਾ ਤੂੰ ਇਸ਼ਨਾਨ ਕਰਾ ਲੈ, ਮਨ ਨੂੰ ਕਿਆਰਾ ਬਣਨ ਜੋਗਾ ਬਣਾ ਲੈ। ਸਾਧਾਂ ਦੀ ਸੰਗਤ ਦੇ ਵਿੱਚ, ਰੱਬ ਦੇ ਪਿਆਰਿਆਂ ਦੀ, ਹਰੀ ਦੇ ਜਨਾਂ ਦੀ ਸੰਗਤ ਦੇ ਵਿੱਚ ਆਇਆ ਕਰ। ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰੇਂਗਾ ਤੇ ਤੂੰ ਗੁਣ ਉਚਾਰਨ ਕਰੇਂਗਾ ਤੇ ਕਹਿੰਦੇ ਤੇਰੀ ਮੈਲ ਉਤਰ ਜਾਵੇਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਿਆ ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾ। ਕਹਿੰਦੇ ਜੋ ਬਹੁਤ ਮੈਲਾ ਕੱਪੜਾ ਹੋ ਜਾਂਦਾ ਹੈ ਤੇਲੀ ਦੇ, ਕਹਿੰਦੇ ਜੋ ਪੂੰਝਦਾ ਹੈ ਹਰ ਰੋਜ਼ ਉਸ ਨੂੰ ਆਪਣੀ ਮਸ਼ੀਨ ਆਦਿਕ ਨੂੰ, ਕਹਿੰਦੇ ਉਹ ਕੱਪੜਾ ਇੰਨਾ ਗੰਦਾ ਹੋ ਜਾਂਦਾ ਹੈ। ਤੇ ਕਹਿੰਦੇ ਉਹ ਸਾਡੇ ਮਨ ਨੂੰ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਐਵੇਂ ਲੱਗੀ ਪਈ ਹੈ ਕਿ ਉਤਰਦੀ ਨਹੀਂ। ਤੇ ਪਰ ਜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ, ਗੁਰੂ ਦੇ ਚਰਨ ਸ਼ਰਨ ਦੇ ਵਿੱਚ ਆ ਜਾਈਏ ਤੇ ਫਿਰ ਕੀ ਹੋਵੇਗਾ? ਇੱਥੇ ਆ ਕੇ ਇਹ ਜਨਮਾਂ ਜਨਮਾਂਤਰਾਂ ਦੀ ਮੈਲ ਵੀ ਧੋਤੀ ਜਾਂਦੀ ਹੈ, ਕੱਟੀ ਜਾਂਦੀ ਹੈ। ਗੁਣ ਗੋਵਿੰਦ ਦੇ ਗਾਉਂਦਿਆਂ ਹੋਇਆ ਗੋਵਿੰਦ ਗੁਣ ਗਾਵਣ ਲਾਗੇ, ਪਹਿਰ ਮੂਰਤ ਪਲ ਗਾਵਤ ਗਾਵਤ, ਗੋਵਿੰਦ ਗੋਵਿੰਦ ਵਖਾਨੀ। ਜਿਹੜੇ ਰੱਬ ਦਾ ਨਾਮ ਉਚਾਰਦੇ ਹਨ ਉਹ ਹਰ ਵੇਲੇ ਇਹ ਆਖਦੇ ਹਨ ਕਿ ਪਹਿਰ ਮੂਰਤ ਹਰ ਵੇਲੇ ਹਰ ਸਮੇਂ ਗੋਵਿੰਦ ਗੁਣ ਗਾਵਣ ਲਾਗੇ। ਨੀਕੀ ਸਾਧ ਸੰਗਾਨੀ, ਕਹਿੰਦੇ ਪਤਾ ਲੱਗ ਗਿਆ ਕਿ ਸਾਧਾਂ ਦੀ ਸੰਗਤ ਬੜੀ ਚੰਗੀ ਹੈ, ਬੜੀ ਪਿਆਰੀ ਹੈ। ਇੱਥੇ ਆ ਕੇ ਗੁਣ ਗਾਣ ਨੂੰ ਚਿੱਤ ਕਰਦਾ ਹੈ, ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ, ਦਿਲ ਕਰਦਾ ਹੈ ਕਿ ਇੱਥੇ ਬੈਠ ਕੇ ਹੋਰ ਗੁਣ ਗਾਈਏ, ਹੋਰ ਗੁਣ ਗਾਈਏ। ਇਹ ਸਮਾਂ ਖਤਮ ਨਾ ਹੋਵੇ। ਬਾਹਰ ਜਾਣ ਨੂੰ ਦਿਲ ਨਹੀਂ ਕਰਦਾ, ਪਰ ਸਾਡੀਆਂ ਮਜਬੂਰੀਆਂ ਹਨ। ਪਰ ਜਦੋਂ ਇਹ ਗੁਣ ਅੰਦਰ ਵਸ ਜਾਂਦੇ ਹਨ ਤੇ ਬਾਹਰ ਨਾਲ ਹੀ ਫਿਰ ਅਸੀਂ ਮਾਇਆ ਦੇ ਵਿੱਚ ਰਹਿ ਕੇ ਵੀ ਨਿਰਲੇਪ ਹੋ ਕੇ ਉਸ ਪਿਆਰੇ ਦੇ ਨਾਲ ਜੁੜ ਸਕਦੇ ਹਾਂ, ਅਸੀਂ ਖਾਲਸ ਸਰੂਪ ਬਣ ਸਕਦੇ ਹਾਂ। ਗੁਰੂ ਸਾਹਿਬ ਜੀ ਆਖ ਰਹੇ ਹਨ, ਉਚਰਤ ਗੁਣ ਗੋਪਾਲ ਜਸ, ਦੂਰ ਤੇ ਜੰਮ ਭਾਗਾ। ਇਹ ਜੋ ਜੰਮ ਬਣ ਕੇ ਆਉਂਦੇ ਹਨ, ਵਿਕਾਰ ਮਾਇਆ ਦੇ ਮੋਹ ਦੇ ਪ੍ਰਭਾਵ, ਕਹਿੰਦੇ ਭੱਜ ਜਾਂਦੇ ਹਨ, ਹੁਣ ਨੇੜੇ ਨਹੀਂ ਆਉਂਦੇ। ਗੁਣ ਉਚਾਰਨ ਕਰਨ ਦੀ ਲੋੜ ਹੈ ਕਿ ਅਸੀਂ ਰਸਨਾ ਦੇ ਨਾਲ ਗਾ ਗਾ ਕੇ ਉਸ ਪਿਆਰੇ ਜੋਗੇ ਬਣ ਜਾਈਏ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਕਹਿੰਦੇ ਜੋ ਪਿਆਰੇ ਦਾ ਨਾਮ ਜਪਦਾ ਹੈ, ਅਨ ਦਿਨ ਸਦ ਜਾਗੈ। ਰਹਾਉ ਦਾ ਬੰਦ ਹੈ। ਕਹਿੰਦੇ ਉਹ ਮਨੁੱਖ ਅਨ ਦਿਨ ਹਰ ਰੋਜ਼, ਕਹਿੰਦੇ ਸਦ ਸਦਾ, ਹਰ ਰੋਜ਼ ਸਦਾ ਹੀ ਹਰ ਵੇਲੇ ਕਦੇ ਵੀ ਭੁੱਲਦਾ ਨਹੀਂ ਕਿ ਰੱਬ ਨੇ ਮੈਨੂੰ ਕੀ ਆਖਿਆ ਹੈ, ਗੁਰੂ ਸਾਹਿਬ ਜੀ ਦਾ ਕੀ ਉਪਦੇਸ਼ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੇ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਸੂਰਜ ਚੰਦ ਹਵਾ ਆਦਿਕ, ਤੇ ਕਹਿੰਦੇ ਫਿਰ ਮੈਂ ਹੁਕਮ ਤੋਂ ਬਾਹਰ ਕਿਉਂ? ਇਹ ਯਾਦ ਰੱਖਦਾ ਹੈ, ਹਰ ਵੇਲੇ ਜਾਗਦਾ ਹੈ, ਸੁਚੇਤ ਰਹਿੰਦਾ ਹੈ, ਸਦਾ ਜਾਗਦਾ ਹੈ। ਤੇ ਫਿਰ ਕੀ ਹੁੰਦਾ ਹੈ? ਤੰਤ ਮੰਤ ਨਾ ਜੋਹੀ, ਤਿਤ ਚਾਖ ਨਾ ਲਾਗੈ। ਉਸ ਮਨੁੱਖ ਨੂੰ ਕਹਿੰਦੇ ਤੰਤਰ ਮੰਤਰ, ਦੁਨਿਆਵੀ ਤੌਰ ਤੇ ਜੋ ਮਨੁੱਖ ਹੈ ਉਹਨਾਂ ਨੂੰ ਤੰਤਰ ਅਤੇ ਮੰਤਰ ਕਹਿੰਦੇ ਪ੍ਰਭਾਵਿਤ ਕਰਦੇ ਹਨ। ਇਹ ਕਾਲਾ ਇਲਮ ਆਦਿਕ ਹੈ ਸੰਸਾਰ ਦੇ ਵਿੱਚ ਹੈ। ਜਿਨ੍ਹਾਂ ਨੇ ਬਹੁਤ ਤਪੱਸਿਆ ਕੀਤੀ, ਸਾਧਨਾ ਕੀਤੀ, ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਅਤੇ ਇਸ ਨੂੰ ਨੁਕਸਾਨ ਕਰਨ ਦੇ ਲਈ ਵਰਤਿਆ ਕਿ ਜੇ ਕੋਈ ਸਾਡਾ ਦੁਸ਼ਮਣ ਹੈ ਜਾਂ ਅਸੀਂ ਪੈਸੇ ਇਕੱਠੇ ਕਰਨੇ ਹਨ ਤੇ ਕੋਈ ਸਾਡੇ ਕੋਲ ਆਇਆ ਤੇ ਅਸੀਂ ਉਸ ਦੇ ਲਈ ਕੰਮ ਕਰੀਏ, ਇਹਨੂੰ ਕੰਮ ਬਣਾ ਲਿਆ, ਕਰਮ ਕਾਂਡ ਬਣਾ ਲਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਜਪਦਾ ਹੈ ਉਹ ਇਹਨਾਂ ਕਰਮ ਕਾਂਡਾਂ ਦੇ ਵਿੱਚ ਆਪ ਵੀ ਨਹੀਂ ਫਸਦਾ ਤੇ ਉਹਨਾਂ ਨੂੰ ਇਹ ਕਰਮ ਕਾਂਡ ਪ੍ਰਭਾਵਿਤ ਵੀ ਨਹੀਂ ਕਰਦੇ। ਅਸੀਂ ਬਹੁਤ ਸਾਖੀਆਂ ਸ਼੍ਰਵਣ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਅਸਾਮ ਦੇ ਵਿੱਚ ਗਏ ਹਨ, ਜੋ ਅਸਾਮ ਜਾਦੂਗਰਨੀਆਂ ਦਾ ਗੜ੍ਹ ਹੈ, ਜਾਦੂਗਰਾਂ ਦਾ ਵੀ ਗੜ੍ਹ ਹੈ। ਤੇ ਉੱਥੇ ਜਾਦੂਗਰਨੀ ਜੋ ਨੂਰ ਉਨਸਾ ਹੈ, ਉਸ ਨੂੰ ਸਿੱਧੇ ਰਾਹ ਪਾਇਆ ਹੈ। ਗੁਰੂ ਸਾਹਿਬ ਜੀ ਨੇ ਕਿਰਤ ਕਰਨ ਤੇ ਲਾ ਦਿੱਤਾ ਹੈ। ਜੋ ਖਿਚੜੀ ਬਣਾ ਕੇ ਹੱਥੀਂ ਛਕਾਉਂਦੀ ਹੈ, ਗੁਰੂ ਸਾਹਿਬ ਜੀ ਨੂੰ ਮਿੰਨਤਾਂ ਕਰਦੀ ਹੈ ਕਿ ਮੇਰਾ ਪ੍ਰਸ਼ਾਦਾ ਛਕੋ, ਮੇਰੇ ਹੱਥ ਦਾ ਤਿਆਰ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਅਸੀਂ ਕਿਰਤ ਜੋ ਕਰਦਾ ਹੈ ਧਰਮ ਦੀ, ਉਹਦੇ ਹੱਥ ਦਾ ਪ੍ਰਸ਼ਾਦਾ ਛਕਦੇ ਹਾਂ। ਜਾਦੂਗਰੀਆਂ ਦੇ ਨਾਲ ਅਸੀਂ ਪ੍ਰਸ਼ਾਦੇ ਨਹੀਂ ਛਕਦੇ। ਕੋਈ ਮੰਤਰ ਜਪਿਆ ਤੇ ਆ ਗਿਆ, ਥਾਲ ਉਤਰ ਆਇਆ, ਨਹੀਂ। ਉਸਨੇ ਮਿਹਨਤ ਕੀਤੀ, ਆਪ ਹੱਥੀਂ ਕਿਰਤ ਕੀਤੀ ਤੇ ਫਿਰ ਖਿਚੜੀ ਬਣਾ ਕੇ ਗੁਰੂ ਸਾਹਿਬ ਜੀ ਨੂੰ ਛਕਾਈ ਸੀ। ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ ਭਗਤ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਖੂਬ ਖਾਵਨਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਣ।
ਭਗਤ ਕਬੀਰ ਜੀ ਦਾ ਸ਼ਬਦ ਹੈ, ਕਬੀਰ ਖੂਬ ਖਾਣਾ ਖਿਚੜੀ, ਕਿ ਖਿਚੜੀ ਖੂਬ ਖਾਓ, ਕਹਿੰਦੇ ਜਿਹਦੇ ਵਿੱਚ ਅੰਮ੍ਰਿਤਮਈ ਲੂਣ ਹੈ, ਜੋ ਲੂਣ ਨੂੰ ਦੇਵਤਾ ਆਖਿਆ ਹੈ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ। ਪਰ ਉਹ ਪ੍ਰਕਰਨ ਅਲੱਗ ਹੈ, ਇੱਥੇ ਅਸੀਂ ਆਪਣੇ ਪ੍ਰਕਰਨ ਦੇ ਵਿੱਚ ਰਹਿਣਾ ਹੈ ਕਿ ਗੁਰੂ ਸਾਹਿਬ ਜੀ ਹੁਣ ਭਾਈ ਮਰਦਾਨਾ ਜੀ ਨੂੰ ਲੈ ਕੇ, ਭਾਈ ਬਾਲਾ ਜੀ ਨੂੰ ਲੈ ਕੇ ਅਸਾਮ ਦੇ ਵਿੱਚ ਗਏ ਹਨ। ਉੱਥੇ ਜਾਦੂਗਰਨੀਆਂ ਦਾ ਅਸਰ ਨਹੀਂ ਹੋਇਆ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਉਸ ਤੋਂ ਅੱਗੇ ਹੁਣ ਗੁਰੂ ਸਾਹਿਬ ਜੀ ਆਖ ਰਹੇ ਹਨ ਕਿ ਤੰਤ ਮੰਤ ਨਾ ਜੋ ਹੋਈ। ਇਹ ਰਹਾਉ ਦੇ ਬੰਦ ਦੇ ਵਿੱਚ ਆਖ ਰਹੇ ਹਨ ਕਿ ਉਸ ਮਨੁੱਖ ਨੂੰ ਤੰਤਰ ਤੇ ਮੰਤਰ ਜੋ ਨਹੀਂ ਸਕਦੇ। ਹੁਣ ਅੱਗੇ ਸਾਖੀ ਹੋਰ ਵੀ ਆਉਂਦੀ ਹੈ, ਅਗਾਂਹ ਬਹੁਤ ਸਾਰੀਆਂ ਸਾਖੀਆਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਵੀ ਅਸੀਂ ਸਾਖੀ ਸਰਵਣ ਕਰਦੇ ਹਾਂ ਕਿ ਹੁਣ ਔਰੰਗਜ਼ੇਬ ਜੋ ਬਾਦਸ਼ਾਹ ਹੈ, ਇਹ ਦੇਖਦਾ ਹੈ ਕਿ ਜੋ ਰਾਜਾ ਜੈ ਸਿੰਘ ਹੈ ਇਹ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਹੈ। ਹੁਣ ਇਸ ਦਾ ਪੁੱਤਰ ਅੱਗੋਂ ਰਾਜਾ ਰਾਮ ਸਿੰਘ ਹੈ, ਇਹ ਵੀ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਹੈ। ਤੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਕਿ ਰਾਜਾ ਜੋ ਇਹ ਰਾਮ ਸਿੰਘ ਹੈ, ਹੁਣ ਰਤਨ ਸਿੰਘ ਦਾ ਪੁੱਤਰ, ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਰਤਨ ਸਿੰਘ, ਰਾਜਾ ਰਾਮ ਸਿੰਘ ਰਾਜਾ ਜੈ ਸਿੰਘ ਦਾ ਪੁੱਤਰ ਹੈ। ਤੇ ਹੁਣ ਇਹ ਰਾਜਾ ਰਾਮ ਸਿੰਘ ਨੂੰ ਆਪਣੇ ਰਸਤੇ ਤੋਂ ਔਰੰਗਜ਼ੇਬ ਹਟਾਉਣਾ ਚਾਹੁੰਦਾ ਹੈ ਕਿਸੇ ਤਰੀਕੇ ਦੇ ਨਾਲ। ਬਹੁਤ ਸਾਰੇ ਕਾਰਨ ਹਨ। ਹੁਣ ਔਰੰਗਜ਼ੇਬ ਰਸਤੇ ਤੋਂ ਹਟਾਉਣਾ ਚਾਹੁੰਦਾ ਹੈ ਤੇ ਇਸਨੇ ਕੀ ਸਕੀਮ ਸੋਚੀ ਕਿ ਜੋ ਵੀ ਮਨੁੱਖ ਅਸਾਮ ਦੇ ਵਿੱਚ ਜਾਂਦਾ ਹੈ ਉਸ ਅਸਾਮ ਦੇ ਇਲਾਕੇ ਨੂੰ ਕੋਈ ਵੀ ਜਿੱਤ ਨਹੀਂ ਪਾਉਂਦਾ, ਕਿਉਂਕਿ ਉੱਥੇ ਜਾਦੂਗਰਾਂ ਦਾ ਗੜ ਹੈ ਤੇ ਜਾਦੂਗਰ ਆਪਣੇ ਹਮਲੇ ਕਰਕੇ, ਜਾਦੂਗਰੀਆਂ ਦਿਖਾ ਕੇ ਸਾਰਿਆਂ ਨੂੰ ਹਰਾ ਦਿੰਦੇ ਹਨ। ਤਾਂ ਹੁਣ ਔਰੰਗਜ਼ੇਬ ਆਪਣੀ ਸਕੀਮ ਦੇ ਤਹਿਤ ਰਾਜਾ ਰਾਮ ਸਿੰਘ ਨੂੰ ਅਸਾਮ ਦੇ ਵੱਲ ਭੇਜਦਾ ਹੈ ਤੇ ਰਾਜਾ ਰਾਮ ਸਿੰਘ ਮਨ ਦੇ ਵਿੱਚ ਡਰ ਵੀ ਜਾਂਦਾ ਹੈ, ਭਾਵੇਂ ਕਿ ਇਸ ਨੂੰ 5 ਪੀਰ ਨਾਲ ਦਿੱਤੇ ਗਏ ਹਨ। ਜੋ ਅਸੀਂ ਪੀਰਾਂ ਦੀ ਇੱਥੇ ਗੱਲ ਕੀਤੀ ਕਿ ਜੋ ਕਾਲਾ ਜਾਦੂ ਜਾਣਦੇ ਹਨ, ਇੱਦਾਂ ਦਾ 5 ਪੀਰ ਦਿੱਤੇ ਗਏ ਸਨ ਕਿ ਇਹ ਜਾਣਗੇ ਨਾਲ ਤੇ ਇਹ ਅਸਾਮ ਦੇ ਜਾਦੂ ਨੂੰ ਜੋ ਹੈ ਉਸ ਨੂੰ ਖਤਮ ਕਰ ਦੇਣਗੇ। ਉਸ ਦੇ ਜਾਦੂ ਦਾ ਜੋ ਤੋੜ ਹੈ ਉਸ ਨੂੰ ਲੈ ਆਉਣਗੇ ਤੇ ਉਸ ਨੂੰ ਖਤਮ ਕਰਕੇ ਤੈਨੂੰ ਜਿਤਾ ਦੇਣਗੇ। ਪਰ ਉਸ ਨੂੰ ਭਰੋਸਾ ਨਹੀਂ ਸੀ। ਉਹ ਡਰਦਾ ਸੀ ਕਿ ਜੋ ਵੀ ਜਾਂਦਾ ਹੈ ਹਾਰ ਜਾਂਦਾ ਹੈ। ਤੇ ਹੁਣ ਆਪਣੀ ਮਾਤਾ ਦੇ ਕੋਲ ਆਉਂਦਾ ਹੈ। ਜਦੋਂ ਮਾਤਾ ਦੇ ਕੋਲ ਆਉਂਦਾ ਹੈ ਤੇ ਮਾਤਾ ਸੁਣਦੀ ਹੈ ਗੱਲ ਤੇ ਕਹਿੰਦੀ ਇੱਕੋ ਆਸਰਾ ਹੈ ਪੁੱਤਰ ਜੀ ਇਸ ਵੇਲੇ ਕਿ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਤੁਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਜਾਓ। ਜਦੋਂ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਜਾਓਗੇ ਤੇ ਉਹ ਤੁਹਾਨੂੰ ਰਾਹ ਪਾਉਣਗੇ, ਉਹ ਇਸ ਮੁਸੀਬਤ ਦਾ ਹੱਲ ਕੱਢਣਗੇ। ਤੁਸੀਂ ਜਿੱਤ ਵੀ ਜਾਓਗੇ ਤੇ ਤੁਹਾਡੀ ਮੌਤ ਵੀ ਨਹੀਂ ਹੋਵੇਗੀ। ਜੋ ਵੀ ਉੱਥੇ ਜਾਂਦਾ ਸੀ ਮਰ ਵੀ ਜਾਂਦਾ ਸੀ। ਤਾਂ ਹੁਣ ਕੀ ਹੁੰਦਾ ਹੈ ਕਿ ਇਹ ਰਾਜਾ ਰਾਮ ਸਿੰਘ ਆਪਣੀ ਮਾਤਾ ਦੀ ਸਲਾਹ ਲੈ ਕੇ, ਮਾਤਾ ਦੇ ਉਪਦੇਸ਼ ਦੇ ਨਾਲ, ਮਾਤਾ ਦੇ ਆਖੇ ਲਾ ਕੇ ਆਪਣੇ ਮਾਤਾ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਕਿ ਮਾਤਾ ਪਿਤਾ ਸਦਾ ਆਪਣੇ ਬੱਚਿਆਂ ਦਾ ਚੰਗਾ ਚਾਹੁੰਦੇ ਹਨ। ਤੇ ਹੁਣ ਪਟਨਾ ਸਾਹਿਬ ਦੇ ਵਿੱਚ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਹਨ ਤੇ ਪਟਨਾ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਅਗਾਂਹ ਗਏ ਹਨ, ਅਸਾਮ ਦੇ ਵੱਲ ਉਹਨਾਂ ਨੇ ਚਾਲੇ ਪਾਏ ਹਨ। ਤੇ ਰਸਤੇ ਦੇ ਵਿੱਚ ਇਸ ਦਾ ਵੀ ਰਸਤਾ ਉਹੀ ਸੀ ਤੇ ਇਸਨੇ ਸੋਚਿਆ ਕਿ ਰਾਹ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਮਿਲਿਆ ਜਾਵੇਗਾ। ਹੁਣ ਗੁਰੂ ਸਾਹਿਬ ਜੀ ਨੂੰ ਰਸਤੇ ਦੇ ਵਿੱਚ ਜਦੋਂ ਮਿਲਦਾ ਹੈ ਤੇ ਗੁਰੂ ਸਾਹਿਬ ਜੀ ਇਸ ਨੂੰ ਭਰੋਸਾ ਦਿੰਦੇ ਹਨ ਕਿ ਤੁਸੀਂ ਅੱਗੇ ਚੱਲੋ, ਅਸੀਂ ਪਿੱਛੋਂ ਅਸਾਮ ਦੇ ਵਿੱਚ ਹੀ ਪਹੁੰਚਣਾ ਹੈ ਤੇ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਆ ਕੇ ਮਿਲਾਂਗੇ। ਹੁਣ ਇਹ ਰਾਜਾ ਰਾਮ ਸਿੰਘ ਜਦੋਂ ਅਸਾਮ ਦੇ ਵਿੱਚ ਪਹੁੰਚਦਾ ਹੈ ਤੇ ਢਾਕਾ ਦੇ ਵਿੱਚ ਕਹਿੰਦੇ ਉੱਥੇ ਜਾ ਕੇ ਇਹ ਆਪਣਾ ਟਿਕਾਣਾ ਕਰਦਾ ਹੈ ਤੇ ਗੁਰੂ ਸਾਹਿਬ ਜੀ ਵੀ ਪਿੱਛੋਂ ਪਹੁੰਚ ਜਾਂਦੇ ਹਨ। ਧੁਬੜੀ ਦੇ ਅਸਥਾਨ ਤੇ ਗੁਰੂ ਸਾਹਿਬ ਜੀ ਜਦੋਂ ਮਿਲਦੇ ਹਨ ਤੇ ਕਹਿੰਦੇ ਇਹ ਅਸਾਮ ਦਾ ਰਾਜਾ ਜੋ ਚੱਕਰ ਧਵਜ ਹੈ, ਇਹ ਇੱਕ ਧੋਬਣ ਦਾ ਆਸਰਾ ਲੈਂਦਾ ਹੈ। ਜੋ ਜਾਦੂਗਰਨੀ ਹੈ ਉਹ ਬੜੇ ਆਪਣੇ ਜਾਦੂ ਪੇਸ਼ ਕਰਦੀ ਹੈ ਸਾਹਮਣੇ, ਕੋਈ ਪਹਾੜ ਸਿੱਟ ਦਿੱਤਾ, ਕਦੇ ਕੋਈ ਦਰਖਤ ਪੱਟ ਕੇ ਸਿੱਟ ਦਿੱਤਾ, ਇਦਾਂ ਦੇ ਜਦੋਂ ਉਹ ਕਰਮ ਕਾਂਡ ਕਰਦੀ ਹੈ ਤੇ ਕੋਈ ਅਸਰ ਨਹੀਂ ਹੁੰਦਾ ਤੇ ਆ ਕੇ ਗੁਰੂ ਚਰਨਾਂ ਦੇ ਵਿੱਚ ਡਿੱਗਦੀ ਹੈ ਤੇ ਗੁਰੂ ਜੀ ਨੂੰ ਕਹਿੰਦੀ ਹੈ ਕਿ ਮੇਰੀਆਂ ਭੁੱਲਾਂ ਬਖਸ਼ ਕੇ ਆਪਣੇ ਲੜ ਲਗਾ ਲਓ, ਮੈਨੂੰ ਗੁਰੂ ਵਾਲੀ ਬਣਾ ਲਓ। ਤੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਜੇ ਤੂੰ ਗੁਰੂ ਵਾਲੀ ਬਣਨਾ ਹੈ, ਗੁਰੂ ਦੀ ਸਿੱਖ ਬਣਨਾ ਹੈ ਤੇ ਤੈਨੂੰ ਇਹ ਆਪਣੇ ਜਾਦੂ ਆਦਿਕ ਛੱਡਣੇ ਪੈਣਗੇ। ਤੇ ਉਸਨੇ ਉਹ ਜਾਦੂ ਕਰਨੇ ਛੱਡੇ ਤੇ ਗੁਰੂ ਦੀ ਸ਼ਰਨ ਲਈ, ਗੁਰੂ ਦਾ ਆਸਰਾ ਲਿਆ ਤੇ ਹੁਕਮ ਦੇ ਵਿੱਚ ਰਹਿਣ ਦਾ ਵਚਨ ਕੀਤਾ। ਤੇ ਉਸ ਸਥਾਨ ਤੇ ਉਸਨੇ ਆਖਿਆ ਕਿ ਮੇਰਾ ਨਾਮ ਵੀ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੇਰਾ ਨਾਮ ਵੀ ਰਹੇਗਾ। ਤੇ ਉਸ ਸਥਾਨ ਤੇ ਧੁਬੜੀ ਸਾਹਿਬ ਅਸਥਾਨ ਹੈ। ਅੱਜ ਅਸੀਂ ਉੱਥੇ ਮੱਥਾ ਟੇਕਦੇ ਹਾਂ, ਗੁਰੂ ਦੇ ਸਿੱਖ ਦਰਸ਼ਨ ਕਰਦੇ ਹਨ, ਗੁਰਦੁਆਰਾ ਬਣਿਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਨੇ ਉਸ ਰਾਜੇ ਨੂੰ ਜੋ ਅਸਾਮ ਨੂੰ ਜਿੱਤਣ ਦੇ ਲਈ ਆਇਆ ਸੀ ਉਸ ਨੂੰ ਸਹਾਰਾ ਦਿੱਤਾ
ਤੇ ਉਸ ਦੇ ਸਿਪਾਹੀਆਂ ਨੂੰ ਆਖਿਆ ਕਿ ਜੋ ਵੀ ਤੁਹਾਡੇ ਇਲਾਕੇ ਦੇ ਤੁਹਾਡੇ ਪਿੱਛੋਂ ਲੋਕ ਆਏ ਹਨ, ਜੋ ਵੀ ਤੁਹਾਡੇ ਸਿਪਾਹੀ ਹਨ, ਕੀ ਕਰਨਗੇ, ਇੱਕ ਉੱਚੇ ਟਿੱਬੇ ਦੇ ਉੱਤੇ ਚੜ੍ਹ ਜਾਣ। ਇਹਨਾਂ ਨੇ ਆਪਣੇ ਜਾਦੂਗਰੀਆਂ ਦੇ ਨਾਲ ਦਰਿਆ ਦਾ ਜੋ ਪਾਣੀ ਹੈ ਉਸ ਨੂੰ ਰਾਤ ਨੂੰ ਹੜ੍ਹ ਬਣਾ ਦੇਣਾ ਹੈ ਤੇ ਤੁਸੀਂ ਉੱਚੇ ਸਥਾਨੇ ਤੇ ਉਸ ਥਾਂ ਦੇ ਉੱਪਰ ਟਿਕਾਣਾ ਕਰ ਲਓ। ਤੇ ਹੁਣ ਅਸਾਮ ਦੇ ਜੋ ਇੱਧਰੋਂ ਦਿੱਲੀ ਦਾ ਰਾਜਾ ਸੀ, ਰਾਜਾ ਰਾਮ ਸਿੰਘ, ਇਸ ਦੇ ਸਿਪਾਹੀਆਂ ਨੇ ਕੀ ਕੀਤਾ ਕਿ ਉੱਚੇ ਅਸਥਾਨ ਦੇ ਉੱਪਰ ਆਪਣੇ ਟਿਕਾਣੇ ਬਣਾ ਲਏ। ਪਰ ਕੁਝ ਕੁ ਸਨ ਜੋ ਪੰਜ ਪੀਰਾਂ ਨੂੰ ਮੰਨਣ ਵਾਲੇ, ਉਹ ਸਮਝਦੇ ਸਨ ਕਿ ਅਸੀਂ ਥੱਲੇ ਬੈਠੇ ਰਹਿੰਦੇ ਹਾਂ, ਕੀ ਬਚਨ ਦਾ ਭਰੋਸਾ ਹੈ, ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਨਹੀਂ ਕੀਤਾ। ਰਾਤੀ ਹੜ੍ਹ ਆਇਆ ਤੇ ਉਹ ਸਾਰੇ ਵਲੇਟੇ ਗਏ ਹੜ੍ਹ ਦੇ ਵਿੱਚ। ਜਦੋਂ ਸਵੇਰ ਹੋਈ ਤੇ ਜੋ ਉੱਚੇ ਸਥਾਨ ਤੇ ਬੈਠ ਗਏ ਸਨ ਗੁਰੂ ਦਾ ਬਚਨ ਮੰਨ ਕੇ, ਉਹ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ। ਤੇ ਇਧਰੋਂ ਅਸਾਮ ਦਾ ਜੋ ਰਾਜਾ ਹੈ ਚੱਕਰ ਧਵਜ, ਜਿਸ ਦਾ ਨਾਮ ਅਸਲ ਦੇ ਵਿੱਚ ਰਤਨ ਰਾਏ ਆਉਂਦਾ ਹੈ, ਉਹ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਕਿ ਕੋਈ ਵੀ ਜਾਦੂਗਰੀਆਂ ਨਹੀਂ ਚੱਲ ਰਹੀਆਂ, ਕੋਈ ਵੀ ਮੰਤਰ ਤੰਤਰ ਚੱਲ ਨਹੀਂ ਰਹੇ, ਤੰਤ ਮੰਤ ਨਾ ਜੋਹੀ, ਤਿਤ ਚਾਕ ਨਾ ਲਾਗੈ। ਕਹਿੰਦੇ ਕਿਸੇ ਤਰ੍ਹਾਂ ਦੀ ਨਜ਼ਰ ਆਦਿਕ ਭੈੜੀ ਨਹੀਂ ਲੱਗਦੀ, ਕੋਈ ਵੀ ਕਹਿੰਦੇ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਕਰ ਸਕਦਾ ਗਾ ਜੋ ਨਾਮ ਜਪਦਾ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਨਾਮ ਜਪੋ, ਲਗਾਤਾਰ ਗੁਰੂ ਦੇ ਭਰੋਸੇ ਦੇ ਵਿੱਚ ਰਹੋ, ਗੁਰੂ ਨਾਨਕ ਤੇ ਭਰੋਸਾ ਰੱਖੋ ਤੇ ਗੁਰੂ ਨਾਨਕ ਆਪ ਸਹਾਈ ਹੋਣਗੇ। ਤਾਂ ਹੁਣ ਜਦੋਂ ਇਹ ਨਾਮ ਸਿਮਰਨ ਕਰਦੇ ਹੋਏ ਇਹਨਾਂ ਦੀ ਰਾਤ ਲੰਘੀ, ਸਵੇਰ ਹੋਈ ਤੇ ਹੁਣ ਦੂਸਰਾ ਵੀ ਰਾਜਾ ਆ ਕੇ ਸ਼ਰਨ ਦੇ ਵਿੱਚ ਪੈ ਗਿਆ। ਤੇ ਦੋਨੋਂ ਰਾਜੇ ਗੁਰੂ ਦੀ ਸੰਗਤ ਦੇ ਵਿੱਚ ਹਨ ਤੇ ਜੰਗ ਕਿਵੇਂ ਕਰਨ। ਹੁਣ ਸੋਚਦੇ ਹਨ ਕਿ ਗੁਰੂ ਸਾਹਿਬ ਜੀ ਦੇ ਕੋਲੋਂ ਸਲਾਹ ਲਿੱਤੀ ਜਾਵੇ। ਤੇ ਹੁਣ ਦੋਨੋਂ ਰਾਜੇ ਗੁਰੂ ਦੀ ਸ਼ਰਨ ਦੇ ਵਿੱਚ ਪੈਂਦੇ ਹਨ ਤੇ ਗੁਰੂ ਸਾਹਿਬ ਜੀ ਦੋਨਾਂ ਰਾਜਿਆਂ ਦੀ ਸੁਲਾਹ ਕਰਵਾ ਦਿੰਦੇ ਹਨ ਆਪਸ ਦੇ ਵਿੱਚ। ਜਦੋਂ ਸੁਲਾਹ ਕਰਵਾ ਦਿੰਦੇ ਹਨ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਇੱਥੇ ਤੁਸੀਂ ਇੱਕ ਸਰਹੱਦ ਬਣਾ ਲਓ ਆਪਣੀ, ਦੋਨੇ ਪਾਸਿਆਂ ਦੇ ਜੋ ਸਿਪਾਹੀ ਹਨ ਕਹਿੰਦੇ ਆਪਣੀਆਂ ਢਾਲਾਂ ਦੇ ਨਾਲ ਭਰ ਭਰ ਕੇ ਇੱਥੇ ਇੱਕ ਥੜਾ ਬਣਾਓ ਤੇ ਉੱਥੇ ਢਾਲਾਂ ਦੇ ਨਾਲ ਮਿੱਟੀ ਭਰ ਭਰ ਕੇ ਪਾਈ ਜਾਂਦੀ ਹੈ। ਉਹ ਇੱਕ ਥੜਾ ਬਣ ਜਾਂਦਾ ਹੈ, ਇੱਕ ਰਸਤਾ ਬਣ ਜਾਂਦਾ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਨੀਂਹ ਬਣ ਗਈ, ਲਾਂਘਾ ਬਣ ਗਿਆ, ਸਰਹੱਦ ਬਣ ਗਈ। ਤੇ ਉਹ ਸਰਹੱਦ ਦੇ ਪਾਰ ਕਹਿੰਦੇ ਦੋਨੇ ਰਾਜੇ ਕਹਿੰਦੇ ਆਪਸ ਦੇ ਵਿੱਚ ਆਪਣੇ ਰਾਜ ਕਰੋ, ਉਸਦਾ ਉਹ ਪਾਸਾ ਹੈ, ਉਸਦਾ ਉਹ ਪਾਸਾ ਹੈ, ਕਿਸੇ ਨੇ ਹਮਲਾ ਨਹੀਂ ਕਰਨਾ, ਸਾਰੇ ਗੁਰੂ ਦੇ ਹੁਕਮ ਦੇ ਵਿੱਚ ਹਨ। ਸੋ ਦੋਨੋਂ ਰਾਜੇ ਗੁਰੂ ਦੇ ਹੁਕਮ ਦੇ ਵਿੱਚ ਆ ਜਾਂਦੇ ਹਨ। ਨਾ ਤਾਂ ਕਿਸੇ ਦੀ ਮੌਤ ਹੁੰਦੀ ਹੈ ਤੇ ਜਿੱਤ ਵੀ ਦੋਨੋਂ ਹੀ ਜਾਂਦੇ ਹਨ, ਕੋਈ ਵੀ ਨਹੀਂ ਹਾਰਦਾ। ਤੇ ਹੁਣ ਗੁਰੂ ਸਾਹਿਬ ਜੀ ਇੱਥੇ ਸਾਨੂੰ ਵੀ ਜਿਹੜਾ ਇਸ ਪਾਸਾ ਗੁਰੂ ਦਾ ਪਾਸਾ ਲੈ ਲੈਂਦਾ ਹੈ ਕਹਿੰਦੇ ਉਹ ਕਦੇ ਵੀ ਨਹੀਂ ਹਾਰਦਾ, ਉਹ ਦੋਨੋਂ ਪਾਸੇ ਜਿੱਤ ਜਾਂਦਾ ਹੈ। ਲੋਕ ਤੇ ਪਰਲੋਕ ਸੁਹੇਲੇ ਉਸਦੇ ਹੋ ਜਾਂਦੇ ਹਨ। ਤੰਤ ਮੰਤ ਨਹਿ ਜੋਹਈ, ਤਿਤ ਚਾਖ ਨ ਲਾਗੈ, ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ। ਕਾਮ ਕ੍ਰੋਧ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸੀਂ ਗੁਰਦੇਵ ਦੇ ਅੱਗੇ ਕਿਰਪਾ ਦੇ ਲਈ ਅਰਦਾਸ ਕਰਿਆ ਕਰੀਏ ਕਿ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਪਿਤਾ ਜੀਓ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਹੇ ਸੁਆਮੀ ਪਰਮੇਸ਼ਰ ਜੀਓ, ਤੁਸੀਂ ਮਾਤਾ ਪਿਤਾ ਬਣ ਕੇ ਸਾਡੇ ਉੱਤੇ ਕਿਰਪਾ ਕਰੋ ਕਿ ਇਹ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਇਹ ਸਾਰਾ ਕੁਝ ਬਿਨਸ ਜਾਵੇ, ਨਾਸ਼ ਹੋ ਜਾਵੇ, ਤੁਸੀਂ ਅਜਿਹੀ ਕਿਰਪਾ ਕਰੋ। ਕਾਮ ਕ੍ਰੋਧ ਅਰ ਕਾਮ ਕ੍ਰੋਧ ਮਦ ਮਾਨ ਮੋਹ, ਇਸ ਸ਼ਬਦ ਵਿੱਚ ਕਹਿ ਰਹੇ ਹਨ ਮਦ ਮਾਨ ਮੋਹ ਬਿਨਸੇ ਅਨਰਾਗ ਹੈ। ਕਹਿੰਦੇ ਇਹ ਸਾਰਾ ਕੁਝ ਅਨਰਾਗ, ਇੱਥੇ ਸ਼ਬਦ ਅਸੀਂ ਲੋਭ ਤੋਂ ਲੈ ਸਕਦੇ ਹਾਂ ਕਿ ਹੋਰ ਪਦਾਰਥਾਂ ਦਾ ਮੋਹ। ਕਹਿੰਦੇ ਇਹ ਸਾਰਾ ਕੁਝ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸ਼ਰਨਾਗੈ। ਕਹਿੰਦੇ ਜੋ ਵੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਪੰਜਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀਓ ਫਰਮਾ ਰਹੇ ਹਨ ਕਿ ਜੋ ਵੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਕਹਿੰਦੇ ਉਹ ਮਨੁੱਖ ਆਨੰਦ ਦੇ ਵਿੱਚ ਮਗਨ ਰਹਿੰਦਾ ਹੈ, ਮਸਤ ਰਹਿੰਦਾ ਹੈ। ਰਸ ਰਾਮ ਰੰਗ, ਪਰਮਾਤਮਾ ਜੀ ਦੇ ਰਾਮ ਦੇ ਵਿੱਚ, ਰਸ ਦੇ ਵਿੱਚ ਕਹਿੰਦੇ ਰਾਮ ਰਸ ਜੋ ਪੀ ਲੈਂਦਾ ਹੈ ਕਹਿੰਦੇ ਫਿਰ ਉਹ ਦੁਨੀਆ ਦੇ ਰਸ ਉਸ ਨੂੰ ਚੰਗੇ ਨਹੀਂ ਲੱਗਦੇ। ਉਹ ਇਸ ਰਸ ਦੇ ਵਿੱਚ ਇੰਨਾ ਕੁ ਮਗਨ ਹੋ ਜਾਂਦਾ ਹੈ ਕਿ ਦੁਨੀਆ ਦੇ ਰਸ ਇਸ ਨੂੰ ਪਰੇ ਪਰੇ ਲੱਗਦੇ ਹਨ, ਨੇੜੇ ਨਹੀਂ ਆਉਂਦੇਗੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਕੇ ਭੱਜ ਜਾਂਦੇ ਹਨ। ਇਸ ਦੁਨਿਆਵੀ ਰਸ ਜਮਦੂਤਾਂ ਵਰਗੇ ਹਨ ਜੋ ਪਿੱਛੇ ਹੀ ਰਹਿ ਜਾਂਦੇ ਹਨ। ਰਾਮ ਰਸ ਪੀਆ ਰੇ ਜਿਹੇ ਰਸ ਬਿਸਰ ਗਏ ਰਸ ਔਰ, ਕਹਿੰਦੇ ਇਹ ਜਿਹਾ ਰਾਮ ਦਾ ਰਸ ਪੀਤਾ, ਪਿਆਰੇ ਪਰਮਾਤਮਾ ਜੀ ਦੇ ਨਾਮ ਦਾ ਰਸ ਪੀਤਾ ਕਿ ਸਾਰੇ ਸਵਾਦ ਭੁੱਲ ਗਏ, ਦੂਰ ਹੋ ਗਏ।
ਅਸੀਂ ਵੀ ਪਿਆਰੇ ਪਰਮਾਤਮਾ ਜੀ ਦੇ ਨਾਮ ਦਾ ਰਸ ਉਹ ਸਵਾਦ ਚੱਖ ਸਕੀਏ, ਤਾਂ ਕਿ ਦੁਨਿਆਵੀ ਰਸ ਦੂਰ ਹੋ ਸਕਣ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਸਾਡੇ ਹੋ ਸਕਣ, ਇਹ ਅਰਦਾਸ ਬਣ ਜਾਵੇ। ਸੋ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣਯੋਗ ਹੈ। ਅਖੀਰ ਦੇ ਵਿੱਚ ਪਾਓ ਜੀ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦ ਹੈ ਮਾਤਾ ਜੀ ਦਾ, ਜਿਨ੍ਹਾਂ ਨੇ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਕਥਾ ਸਾਨੂੰ ਸਾਰਿਆਂ ਨੂੰ ਹੀ ਸ਼ਰਵਣ ਕਰਵਾਈ ਹੈ। ਭਾਗਾ ਵਾਲੇ ਹਾਂ ਜੋ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਜੋ ਵੀ ਜੀਵ, ਜੋ ਵੀ ਵਿਅਕਤੀ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਦਿਨ ਰਾਤ ਹਰ ਸਮੇਂ ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ। ਉਹ ਨੀਂਦ ਦੇ ਵਿੱਚ ਨਹੀਂ ਸੌਂਦਾ, ਉਸ ਨੂੰ ਯਾਦ ਰਹਿੰਦਾ ਹੈ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਅਸੀਂ ਸਾਰੇ ਹੀ ਸੁੱਤੇ ਹੋਏ ਹਾਂ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ ਦੀ ਨੀਂਦ, ਚੁਗਲੀ ਦੀ ਨੀਂਦ, ਈਰਖਾ ਦੀ ਨੀਂਦ, ਅਸੀਂ ਸਾਰੇ ਹੀ ਸੋ ਰਹੇ ਹਾਂ। ਪਰ ਜਾਗਦਾ ਕੌਣ ਹੈ? ਜੋ ਉਸ ਪਰਮਾਤਮਾ ਦਾ ਨਾਮ ਜਪਦਾ ਹੈ। ਪਰਮਾਤਮਾ ਦੇ ਨਾਮ ਜਪਣ ਵਾਲੇ ਨੂੰ ਜਦੋਂ ਕਾਮ ਦੀ ਨੀਂਦ ਆਉਂਦੀ ਹੈ ਤਾਂ ਨਾਲ ਦੀ ਨਾਲ ਹਲੂਣਾ ਵੱਜਦਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ, ਉਸ ਨੂੰ ਹਲੂਣਾ ਵੱਜਦਾ ਹੈ। ਜਦੋਂ ਹੰਕਾਰ ਆਉਂਦਾ ਹੈ ਤਾਂ ਉਸ ਨੂੰ ਹਲੂਣਾ ਵੱਜਦਾ ਹੈ ਕਿ ਹਉਮੈ ਦੀਰਘ ਰੋਗ ਹੈ। ਉਸ ਨੂੰ ਪਤਾ ਚੱਲਦਾ ਹੈ ਜਦੋਂ ਉਸ ਦੀਆਂ ਅੱਖਾਂ ਪਰਾਈ ਇਸਤਰੀ ਵੱਲ ਜਾਂਦੀਆਂ ਹਨ ਤਾਂ ਉਸ ਨੂੰ ਉਦੋਂ ਵੀ ਹਲੂਣਾ ਵੱਜਦਾ ਹੈ। ਜਦੋਂ ਰਸਨਾ ਨਿੰਦਿਆ ਕਰਦੀ ਹੈ, ਚੁਗਲੀਆਂ ਕਰਦੀ ਹੈ ਜਾਂ ਖਾਣ ਪਦਾਰਥਾਂ ਵੱਲ ਭੱਜਦੀ ਹੈ ਤਾਂ ਉਸ ਨੂੰ ਫਿਰ ਹਲੂਣਾ ਵੱਜਦਾ ਹੈ, ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਹਲੂਣਿਆਂ ਦੇ ਨਾਲ ਭਰੀ ਹੋਈ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਸਾਡੇ ਹਿਰਦੇ ਨੂੰ ਢੰਡੋਰ ਕੇ ਰੱਖ ਦਿੰਦੀ ਹੈ, ਸਾਨੂੰ ਠੋਕਰਾਂ ਦਿੰਦੀ ਹੈ ਕਿ ਜਾਗਦਾ ਰਹਿ, ਸੋ ਨਾ, ਗਾਫਲਤਾ ਦੀ ਨੀਂਦ ਚੋਂ ਉੱਠ ਤੇ ਸੰਸਾਰ ਭਵ ਸਾਗਰ ਤੋਂ ਤਰ ਜਾ, ਤਾਂ ਜੋ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਅਸੀਂ ਵੀ ਅਰਦਾਸ ਕਰੀਏ ਗੁਰਬਾਣੀ ਜਿਉਣ ਦੀ ਜਾਂਚ ਆ ਜਾਏ। ਜਿੱਥੇ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਮੰਨਣ ਦੀ ਜਾਂਚ ਆ ਜਾਏ, ਕਰਮ ਗੁਰਬਾਣੀ ਬਣ ਜਾਣ। ਹੁਣ ਪੂਜਨੀਕ ਮਹੰਤ ਸਾਹਿਬ ਜੀ ਪਾਸੋਂ ਵਿਚਾਰਾਂ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।